ਸੋ ਉੱਥੇ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਵਿੱਚ ਕਿਸਾਨਾਂ ਦੀ ਗ੍ਰਿਫਤਾਰੀ ਦੇ ਲਈ ਵੀ ਪੂਰੀ ਤਰ੍ਹਾਂ ਤਿਆਰੀ ਕੀਤੀ ਜਾ ਰਹੀ ਹੈ। ਜ਼ਿਲ੍ਹਿਆਂ ਦੇ ਵਿੱਚ ਬਦਲੇ ਜਾ ਸਕਦੇ ਨੇ ਸਟੇਡੀਅਮ, ਜਿਹੜੇ ਸਟੇਡੀਅਮ ਨੇ ਦਿੱਲੀ ਦੇ ਉਹਨਾਂ ਨੂੰ ਜ਼ਿਲ੍ਹਿਆਂ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਦਿੱਲੀ ਪੁਲਿਸ ਨੇ ਕੇਜਰੀਵਾਲ ਸਰਕਾਰ ਤੋਂ ਇਜਾਜ਼ਤ ਮੰਗੀ ਹੈ। ਇਸ ਦੇ ਲਈ 9 ਸਟੇਡੀਅਮਾਂ ਨੂੰ ਅਸਥਾਈ ਜੇਲ੍ਹ ਬਣਾਉਣ ਦੀ ਮੰਗ ਕੀਤੀ ਗਈ ਹੈ। ਸੋ ਜਿੰਨੇ ਵੀ ਕਿਸਾਨ ਵੱਡੇ ਪੱਧਰ ਤੇ ਦਿੱਲੀ ਵਾਲੇ ਪਾਸੇ ਕੂਚ ਕਰ ਰਹੇ ਨੇ, ਕਿਸਾਨਾਂ ਦੀ ਗ੍ਰਿਫਤਾਰੀ ਦੇ ਲਈ ਵੀ ਦਿੱਲੀ ਪੁਲਿਸ ਦੇ ਵੱਲੋਂ ਪੂਰੀ ਤਰ੍ਹਾਂ ਤਿਆਰੀ ਕੀਤੀ ਗਈ ਹੈ। ਜਿਹੜੇ ਦਿੱਲੀ ਦੇ ਵਿੱਚ ਰਾਜਧਾਨੀ ਦੇ ਵਿੱਚ ਸਟੇਡੀਅਮ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ, ਜੇਲ੍ਹਾਂ ਦੇ ਵਿੱਚ ਬਦਲਿਆ ਜਾ ਸਕਦਾ ਹੈ। ਦਿੱਲੀ ਪੁਲਿਸ ਨੇ ਕੇਜਰੀਵਾਲ ਸਰਕਾਰ ਤੋਂ ਇਸ ਦੇ ਲਈ ਇਜਾਜ਼ਤ ਮੰਗੀ ਹੈ। 9 ਸਟੇਡੀਅਮਾਂ ਨੂੰ ਅਸਥਾਈ ਜੇਲ੍ਹ ਬਣਾਉਣ ਦੀ ਮੰਗ ਕੀਤੀ ਗਈ ਹੈ। ਕੇਜਰੀਵਾਲ ਸਰਕਾਰ ਤੋਂ ਇਸ ਦੇ ਲਈ ਇਜਾਜ਼ਤ ਮੰਗੀ ਹੈ। 9 ਸਟੇਡੀਅਮ ਬਾਰੇ ਗੱਲ ਕੀਤੀ ਗਈ ਹੈ ਜਿਸ ਨੂੰ ਕਿ ਅਸਥਾਈ ਜੇਲ੍ਹ ਬਣਾਉਣ ਦੇ ਲਈ ਇਜਾਜ਼ਤ ਦੀ ਮੰਗ ਕੀਤੀ ਗਈ ਹੈ ਦਿੱਲੀ ਪੁਲਿਸ ਵੱਲੋਂ। ਸੋ ਕਿਹਾ ਜਾ ਸਕਦਾ ਹੈ ਕਿ ਜਿਵੇਂ ਵੱਡੀ ਪੱਧਰ ਦੇ ਵਿੱਚ ਕਿਸਾਨ ਜੁਟੇ ਹੋਏ ਨੇ, ਬਾਰਡਰਾਂ ਤੇ ਡਟੇ ਹੋਏ ਨੇ, ਉੱਥੇ ਹੀ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਵੀ ਪੂਰੀ ਤਰ੍ਹਾਂ ਤਿਆਰੀ ਦਿੱਲੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਸਟੇਡੀਅਮਾਂ ਨੂੰ ਜੇਲ੍ਹਾਂ ਦੇ ਵਿੱਚ ਤਬਦੀਲ ਕਰਨ ਦੇ ਲਈ ਤਿਆਰੀ ਕੀਤੀ ਜਾ ਰਹੀ ਹੈ ਦਿੱਲੀ ਪੁਲਿਸ ਵੱਲੋਂ, ਜਿਸ ਦੇ ਲਈ ਦਿੱਲੀ ਸਰਕਾਰ ਤੋਂ, ਕੇਜਰੀਵਾਲ ਸਰਕਾਰ ਤੋਂ ਇਜਾਜ਼ਤ ਦੀ ਮੰਗ ਕੀਤੀ ਗਈ ਹੈ। ਸੋ ਲਗਾਤਾਰ ਤੁਹਾਨੂੰ ਅਸੀਂ ਉਹ ਤਸਵੀਰਾਂ ਵੀ ਵਿਖਾ ਰਹੇ ਹਾਂ ਜਿਹੜੀਆਂ ਵੱਖ-ਵੱਖ ਬਾਰਡਰ ਦੀਆਂ ਨੇ, ਚਾਹੇ ਸਿੰਘੂ ਬਾਰਡਰ ਦੀ ਗੱਲ ਹੋਵੇ, ਚਾਹੇ ਹੋਰਨਾਂ ਬਾਰਡਰ ਦੀ ਗੱਲ ਹੋਵੇ। ਲਗਾਤਾਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਹੋਏ ਨੇ। ਹਾਲਾਂਕਿ ਦਿੱਲੀ ਪੁਲਿਸ ਵੱਲੋਂ ਆਪਣੇ ਪੱਧਰ ਤੇ ਪ੍ਰਬੰਧ ਕੀਤੇ ਗਏ ਨੇ, ਕਿਸਾਨਾਂ ਨੂੰ ਵੱਡੇ ਪੱਧਰ ਤੇ ਰੋਕਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਗਰਾਊਂਡ ਜ਼ੀਰੋ ਤੇ ਰੁਕ ਕਰਦੇ ਹਾਂ। ਗਰਾਊਂਡ ਜ਼ੀਰੋ ਤੋਂ ਨਰਵਾਣਾ ਹਰਿਆਣਾ ਤੋਂ ਮੇਰੇ ਸਹਿਯੋਗੀ ਗੌਰਵ ਸ਼ੁਕਲਾ ਜੁੜੇ ਹੋਏ ਨੇ। ਉੱਥੇ ਗੱਲ ਦਿੱਲੀ ਬਾਰਡਰ ਦੀ ਕੀਤੀ ਜਾਵੇ ਤਾਂ ਗਰਾਊਂਡ ਜ਼ੀਰੋ ਤੋਂ ਮੇਰੇ ਸਹਿਯੋਗੀ ਪੰਕਜ ਕਪਾਹੀ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਗੌਰਵ ਦਾ। ਜੀ ਗੌਰਵ, ਫਿਲਹਾਲ ਇੱਥੋਂ ਦੀ ਗੱਲ ਕੀਤੀ ਜਾਵੇ, ਨਰਵਾਣਾ ਦੀ ਗੱਲ ਕੀਤੀ ਜਾਵੇ, ਕਿਸ ਤਰ੍ਹਾਂ ਦੀ ਸਥਿਤੀ ਹੈ? ਕਿੰਨੀ ਕੁ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਹੋਏ ਨੇ? ਕਿਸਾਨ ਇੱਥੋਂ ਵੀ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਨੇ। ਜੀ ਬਿਲਕੁਲ, ਇਸ ਸਮੇਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਟੀਵੀ ਸਕਰੀਨ ਦੇ ਉੱਤੇ। ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋਵੋਗੇ। ਪਰਮਿੰਦਰ, ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਕਿ ਪੂਰੀ ਤਿਆਰੀ ਦੇ ਨਾਲ ਕਿਸਾਨ ਅੱਗੇ ਵਧ ਰਹੇ ਨੇ। ਇਹ ਟਰੈਕਟਰ ਟਰਾਲੀ ਦੇ ਵਿੱਚ ਮੈਟ ਭਰੇ ਗਏ ਨੇ ਕਿ ਜਿੱਥੇ ਵੀ ਪ੍ਰਦਰਸ਼ਨ ਕਰਨ ਦੀ ਲੋੜ ਪਈ, ਧਰਨਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਉੱਥੇ ਹੀ ਅਸੀਂ ਬੈਠ ਜਾਵਾਂਗੇ। ਟਰੈਕਟਰ ਟਰਾਲੀਆਂ ਦੇ ਵੱਡੇ ਕਾਫਿਲੇ ਇਸ ਸਮੇਂ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਕਿ ਇੱਕ ਵੱਡਾ ਜਿਹੜੀ ਉਚਾਈ ਦੇ ਉੱਤੇ ਟਰੈਕਟਰ ਟਰਾਲੀਆਂ ਚੜ੍ਹ ਕੇ ਦੂਜੇ ਵਾਲੇ ਪਾਸੇ ਜਾ ਰਹੀਆਂ ਨੇ, ਕਿਉਂਕਿ ਇੱਥੇ ਹਰਿਆਣਾ ਦੇ ਵਿੱਚ ਹਰਿਆਣਾ ਪੁਲਿਸ ਦੇ ਵੱਲੋਂ ਪੱਥਰ ਸੁੱਟ ਦਿੱਤੇ ਗਏ ਸੀ, ਵੱਡੇ ਵੱਡੇ ਤੇ ਮਿੱਟੀ ਦੇ ਢੇਰ ਲਗਾ ਦਿੱਤੇ ਗਏ ਸੀ ਤਾਂ ਕਿ ਰੋਕਿਆ ਜਾ ਸਕੇ। ਉਸ ਤੋਂ ਬਾਅਦ ਤੁਹਾਨੂੰ ਵੀ ਦੱਸ ਦਈਏ ਕਿ ਹਰਿਆਣਾ ਪੁਲਿਸ ਰੈਪਿਡ ਐਕਸ਼ਨ ਫੋਰਸ ਵੀ ਵੱਡੀ ਗਿਣਤੀ ਦੇ ਵਿੱਚ ਤੈਨਾਤ ਕੀਤੀ ਗਈ ਸੀ। ਹਾਲਾਂਕਿ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਕਿਸਾਨਾਂ ਨੇ ਟਰੈਕਟਰ ਦੇ ਜ਼ਰੀਏ, ਕਈਆਂ ਦੇ ਜ਼ਰੀਏ ਬਿਲਕੁਲ ਜਿਹੜਾ ਇਹ ਉਹ ਪੱਧਰਾ ਕਰ ਦਿੱਤਾ ਤੇ ਉਸ ਤੋਂ ਬਾਅਦ ਇੱਥੋਂ ਰਾਹ ਬਣਾ ਦਿੱਤਾ। ਹੁਣ ਟਰੈਕਟਰ ਟਰਾਲੀਆਂ, ਇਹ ਪੂਰਾ ਕਾਫਿਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਅੱਗੇ ਦਿੱਲੀ ਦੇ ਵੱਲ ਕੂਚ ਕਰ ਰਿਹਾ ਹੈ। ਹਾਲਾਂਕਿ ਇੱਥੇ ਰੋਕਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਕਿਤੇ ਵੀ। ਤਾਂ ਹੋ ਸਕਦਾ ਕਿ ਅੱਗੇ ਜਾ ਕੇ ਕਿਤੇ ਬੈਰੀਕੇਡਿੰਗ ਜ਼ਰੂਰ ਹੋਵੇ, ਪਰ ਇੱਥੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਜ਼ਰੂਰ ਦਿਖਾ ਪਾ ਰਹੇ ਹਾਂ ਤੇ ਕੋਸ਼ਿਸ਼ ਵੀ ਕਰਾਂਗੇ ਕਿ ਗੱਲਬਾਤ ਹੋ ਸਕੇ, ਹੋਰ ਤਸਵੀਰਾਂ ਵੀ ਤੁਹਾਨੂੰ ਦਿਖਾ ਸਕੀਏ। ਮੈਂ ਕੋਸ਼ਿਸ਼ ਕਰਾਂਗਾ ਕਿ ਅੱਗੇ ਅਸੀਂ ਜਾ ਸਕੀਏ। ਤਾਂ ਇਹ ਵੱਡਾ ਕਾਫਿਲਾ ਜਿਹੜਾ ਨਜ਼ਰ ਆ ਰਿਹਾ ਤੁਹਾਨੂੰ ਇਸ ਸਮੇਂ ਤਸਵੀਰਾਂ ਦੇ ਵਿੱਚ, ਤਾਂ ਇਹ ਤਸਵੀਰਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਹੁਣ ਮੂਵ ਕਰ ਰਹੇ ਨੇ, ਤਾਂ ਇਹ ਪੂਰਾ ਇੱਕ ਤਰੀਕੇ ਨਾਲ ਪੂਰਾ ਸੜਕ ਪੱਧਰੀ ਕਰਕੇ ਇਹ ਪੂਰਾ ਟਰੈਕ ਬਣਾਇਆ ਗਿਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਇੱਕ ਇੱਕ ਕਰਕੇ ਟਰਾਲੀ ਨੂੰ ਇੱਥੇ ਲੰਘਾਇਆ ਜਾ ਰਿਹਾ ਹੈ। ਬਕਾਇਦਾ ਇੱਥੇ ਬਿਲਕੁਲ ਇੱਕ ਹਿਊਮਨ ਚੇਨ ਬਣਾ ਕੇ ਦੋਵੇਂ ਪਾਸੇ, ਸੜਕ ਦੇ ਦੋਵੇਂ ਪਾਸੇ ਜਿਹੜੇ ਨੇ ਕਿਸਾਨ ਉਹ ਖੜੇ ਹੋਏ ਨੇ ਤਾਂ ਕਿ ਉਹਨਾਂ ਦੀ ਸੇਫ ਪੈਸੇਜ ਇੱਥੋਂ ਕਰਾਇਆ ਜਾ ਸਕੇ, ਉੱਥੋਂ ਇਹਨਾਂ ਨੂੰ ਕੱਢਿਆ ਜਾ ਸਕੇ। ਪਾਣੀ ਵਾਲੇ ਟੈਂਕਰ, ਗਦੈਲੇ, ਟਰਾਲੀਆਂ ਦੇ ਵਿੱਚ ਰਾਸ਼ਨ, ਉਹ ਸਾਰਾ ਕੁਝ ਸਮਾਨ ਇੱਥੇ ਇੱਕ ਵਾਰ ਫਿਰ ਤੋਂ ਨਜ਼ਰ ਆ ਰਿਹਾ ਜਿਹੜਾ ਸਾਨੂੰ ਖਨੌਰੀ ਬਾਰਡਰ ਦੇ ਉੱਤੇ ਜ਼ਿਕਰ ਅਸੀਂ ਕਰ ਰਹੇ ਸੀ ਜਾਂ ਸਾਨੂੰ ਉੱਥੇ ਨਜ਼ਰ ਆਇਆ ਸੀ। ਤਾਂ ਇੱਕ ਇੱਕ ਕਰਕੇ ਟਰਾਲੀਆਂ ਦਾ ਕਾਫਿਲਾ ਹੈ। ਜੇਕਰ ਪਰਮਿੰਦਰ ਮੈਂ ਪਿੱਛੇ ਵੀ ਜ਼ਿਕਰ ਕਰਾਂ ਤਾਂ ਹਜ਼ਾਰਾਂ ਟਰਾਲੀਆਂ ਇਸ ਸਮੇਂ ਜੋ ਸਾਨੂੰ ਜਾਣਕਾਰੀ ਮਿਲ ਰਹੀ ਹੈ ਬਹੁਤ ਦੂਰ ਤੱਕ ਸਾਡੀ ਨਜ਼ਰ ਜਾ ਰਹੀ ਹੈ। ਤਾਂ ਪਿੱਛੇ ਟਰਾਲੀਆਂ ਹੀ ਟਰਾਲੀਆਂ, ਟਰੈਕਟਰ ਟਰਾਲੀਆਂ ਨਜ਼ਰ ਆ ਰਹੀਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ। ਤਾਂ ਇਹ ਸਾਰੀਆਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਇਸ ਸਮੇਂ ਸਿੱਧਾ ਜਿਹਾ ਮਤਲਬ ਇਹ ਹੈ ਕਿ ਥੋੜੀ ਦੇਰ ਦੇ ਵਿੱਚ ਇਹ ਵੀ ਦਿੱਲੀ ਦੇ ਵੱਲ ਜਿਹੜੇ ਕੂਚ ਕਰ ਰਹੇ ਨੇ, ਹਰਿਆਣਾ ਦੇ ਵਿੱਚ ਐਂਟਰ ਕਰ ਚੁੱਕੇ ਨੇ। ਦੇਖਣਾ ਹੋਏਗਾ ਕਿ ਹਰਿਆਣਾ ਪੁਲਿਸ ਅੱਗੇ ਇਹਨਾਂ ਨੂੰ ਰੋਕਦੀ ਹੈ ਜਾਂ ਨਹੀਂ। ਪਰ ਇਹ ਤਸਵੀਰਾਂ ਜਿਹੜਾ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰਮਿੰਦਰ, ਇਹ ਇਸੇ ਕਰਕੇ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਕਿ ਜਿਹੜੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ, ਵੱਡੇ ਵੱਡੇ ਪੱਥਰ ਰੱਖ ਕੇ ਕੱਲ ਅਸੀਂ ਦੇਖ ਰਹੇ ਸੀ ਬੜੇ ਜ਼ੋਰ ਲਗਾਇਆ ਗਿਆ, ਪੱਥਰਾਂ ਨੂੰ ਹਟਾ ਦਿੱਤਾ ਗਿਆ। ਅੱਜ ਕਿਸਾਨਾਂ ਨੇ ਵੀ ਆਪਣੀ ਰਣਨੀਤੀ ਬਦਲ ਦਿੱਤੀ ਕਿ ਜ਼ਰੂਰਤ ਹੀ ਨਹੀਂ ਹੈ ਪੱਥਰਾਂ ਨੂੰ ਹਟਾਉਣ ਦੀ, ਕੀ ਜ਼ਰੂਰਤ ਹੈ। ਜਿਹੜੀ ਮਿੱਟੀ ਪਾਈ ਗਈ ਸੀ, ਮਿੱਟੀ ਨੂੰ ਪੱਧਰ ਕਰ ਦਿੱਤਾ ਗਿਆ ਤੇ ਉਹਦੇ ਉੱਪਰੋਂ ਇੱਕ ਪੂਰਾ ਰਾਹ ਬਣਾ ਦਿੱਤਾ ਗਿਆ ਤੇ ਹੁਣ ਇੱਕ ਇੱਕ ਕਰਕੇ ਗੱਡੀਆਂ ਨਿਕਲ ਰਹੀਆਂ ਨੇ। ਥੋੜੀ ਜੀ ਮੁਸ਼ਕਿਲ ਬੇਸ਼ੱਕ ਆ ਰਹੀ ਹੋਵੇ, ਇਹ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ। ਕਿਸੇ ਤਰ੍ਹਾਂ ਦੀ ਕੋਈ ਬੈਰੀਕੇਡਿੰਗ ਕੀਤੀ ਗਈ ਹੈ ਜਾਂ ਪੁਲਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਰਸਤਾ ਪੂਰੀ ਤਰ੍ਹਾਂ ਅੱਗੇ ਸਾਫ਼ ਹੈ?
ਪੁਲਿਸ ਨੇ ਕੱਲ ਇੱਕ ਜਗ੍ਹਾ ਬੈਰੀਕੇਡਿੰਗ ਕੀਤੀ ਸੀ, ਉਸ ਤੋਂ ਅੱਗੇ ਕਿਤੇ ਬੈਰੀਕੇਡਿੰਗ ਫਿਲਹਾਲ ਨਹੀਂ ਕੀਤੀ ਗਈ ਹੈ। ਜਿਹੜੀ ਖਨੌਰੀ ਬਾਰਡਰ ਹੈ ਉਸ ਤੋਂ 6 ਤੋਂ 7 ਕਿਲੋਮੀਟਰ ਅੱਗੇ ਅਸੀਂ ਇਸ ਸਮੇਂ ਨਿਰਵਾਣੇ ਵਾਲੀ ਸਾਈਡ ਖੜੇ ਹਾਂ। ਤੁਸੀਂ ਇਸ ਨੂੰ ਜੀਂਦ ਜ਼ਿਲ੍ਹੇ ਦਾ ਨਿਰਵਾਣੇ ਦਾ ਹਿੱਸਾ ਹੀ ਕਹਿ ਸਕਦੇ ਹੋ। ਹਾਂ, ਤਾਂ ਨਿਰਵਾਣੇ ਦੇ ਵਿੱਚ ਜਿਹੜਾ ਇੱਕ ਰਜਵਾਹਾ ਇੱਥੋਂ ਨਿਕਲਦਾ ਸੀ ਮੇਨ ਰੋਡ ਤੋਂ, ਜਿਹੜਾ ਹਾਈਵੇ ਹੈ ਨੈਸ਼ਨਲ ਹਾਈਵੇ 52, ਉਸ ਕਿਉਂਕਿ ਥੋੜਾ ਜਦੋਂ ਰਜਵਾਹਾ ਨਿਕਲਦਾ ਤਾਂ ਫਿਰ ਪੁਲੀਆਂ ਜਿਹੜੀਆਂ ਹੁੰਦੀਆਂ ਨੇ ਥੋੜੀਆਂ ਜਿਹੀਆਂ ਤੰਗ ਜ਼ਰੂਰ ਹੁੰਦੀਆਂ ਨੇ, ਤਾਂ ਉਸ ਨੂੰ ਇੱਕ ਬਣਾਇਆ ਗਿਆ ਸੀ ਆਧਾਰ ਕਿ ਇੱਥੇ ਅਸੀਂ ਵੱਡੇ ਪੱਥਰ ਤੇ ਮਿੱਟੀ ਸੁੱਟ ਕੇ ਕਿਸਾਨਾਂ ਨੂੰ ਰੋਕ ਲਵਾਂਗੇ। ਹਰਿਆਣਾ ਪੁਲਿਸ ਨੂੰ ਲੱਗ ਰਿਹਾ ਸੀ ਇਹ, ਤੇ ਤੈਨਾਤੀ ਕਰ ਦਿੱਤੀ ਗਈ। ਜਦੋਂ ਅਸੀਂ ਸਵੇਰੇ ਇੱਥੇ 8 ਵਜੇ ਦੇ ਕਰੀਬ ਪਹੁੰਚੇ ਹਾਂ ਤਾਂ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਹਰਿਆਣਾ ਪੁਲਿਸ ਦੇ ਜਵਾਨ ਜਾਂ ਰੈਪਿਡ ਐਕਸ਼ਨ ਫੋਰਸ ਵੀ ਤੈਨਾਤ ਕੀਤੀ ਗਈ ਸੀ, ਪਰ ਬੈਰੀਕੇਡ ਕਿਸੇ ਤਰੀਕੇ ਦੇ ਨਹੀਂ ਸੀ, ਇਹਨਾਂ ਪੱਥਰਾਂ ਦੇ ਜ਼ਰੀਏ ਰੁਕਣ ਦੀ ਕੋਸ਼ਿਸ਼ ਸੀ। ਜਿਵੇਂ ਮੈਂ ਕਿਹਾ ਕਿ ਕਿਸਾਨ ਪੂਰੀ ਤਿਆਰੀ ਦੇ ਨਾਲ ਨੇ, ਕਿਸਾਨਾਂ ਦੇ ਕੋਲ ਕਈਆਂ ਵੀ ਹੈਗੀਆਂ ਨੇ। ਕਿਸਾਨ ਇੱਥੋਂ ਤੱਕ ਜ਼ਿਕਰ ਕਰਦੇ, ਅਸੀਂ ਇੱਥੇ ਗੱਲਬਾਤ ਵੀ ਉਹਨਾਂ ਦੀ ਸੁਣੀ, ਉਹ ਕਹਿ ਰਹੇ ਸੀ ਕਿ ਅਸੀਂ JCB ਦਾ ਵੀ ਇੰਤਜ਼ਾਮ ਕਰ ਰਹੇ ਹਾਂ ਕਿ ਅੱਗੇ ਜਾ ਕੇ ਜੇਕਰ ਇਸ ਤਰੀਕੇ ਨਾਲ ਕੋਈ ਪੱਥਰ ਅਸੀਂ ਚੁੱਕ ਕੇ ਉਹਨਾਂ ਨੂੰ ਸਾਈਡ ਕਰਵਾ ਸਕੀਏ। ਜੋ ਸਟ੍ਰੈਟਜੀ ਦਾ ਮੈਂ ਜ਼ਿਕਰ ਕਰ ਰਿਹਾ ਪਰਮਿੰਦਰ, ਮੈਂ ਕਿ ਕੱਲ ਜਿਹੜਾ ਅਸੀਂ ਦੇਖਿਆ ਸੀ ਖਨੌਰੀ ਬਾਰਡਰ ਦੇ ਉੱਤੇ, ਉੱਥੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਵੱਡੇ ਵੱਡੇ ਪੱਥਰਾਂ ਨੂੰ ਸੰਗਲਾਂ ਦੇ ਨਾਲ ਖਿੱਚ ਕੇ ਦੂਜੇ ਵਾਲੇ ਪਾਸੇ ਲੈ ਕੇ ਗਏ ਸੀ। ਪਰ ਅੱਜ ਤਸਵੀਰ ਬਦਲ ਗਈ ਹੈ। ਅੱਜ ਕਿਸਾਨਾਂ ਨੇ ਆਪਣੀ ਰਣਨੀਤੀ 'ਚ ਬਦਲਾਅ ਕੀਤਾ ਹੈ ਕਿ ਜਦੋਂ ਮਿੱਟੀ ਪਾਈ ਹੋਈ ਹੈ ਤਾਂ ਅਸੀਂ ਖੇਤਾਂ ਦੇ ਵਿੱਚ ਵੀ ਤਾਂ ਮਿੱਟੀਆਂ ਹੁੰਦੀਆਂ ਨੇ, ਉੱਥੇ ਵੀ ਸਾਨੂੰ ਕਈ ਵਾਰ ਢਲਾਨ ਦੇ ਉੱਤੇ ਜਾਣਾ ਪੈਂਦਾ ਜਾਂ ਉੱਪਰ ਆਉਣਾ ਪੈਂਦਾ ਹੈ। ਮਤਲਬ ਉਹੀ ਰਣਨੀਤੀ ਅਪਣਾਈ ਗਈ ਹੈ, ਤਾਂ ਉਸ ਮਿੱਟੀ ਦੇ ਉੱਪਰੋਂ ਹੀ ਹੁਣ ਕੱਢਿਆ ਜਾ ਰਿਹਾ। ਮੈਂ ਹੋਰ ਦਿਖਾਣਾ ਤੁਹਾਨੂੰ, ਕਿਉਂਕਿ ਇੱਕ ਪਾਸਾ ਖੋਲਿਆ ਸੀ ਤਸਵੀਰਾਂ ਦੂਜੇ ਪਾਸੇ ਦੀਆਂ ਤੁਹਾਨੂੰ ਦਿਖਾਈਏ, ਦੂਜੇ ਪਾਸੇ ਦੀਆਂ ਤਸਵੀਰਾਂ ਦਿਖਾਣਾ ਮੈਂ ਤੁਹਾਨੂੰ। ਤੇ ਇੱਧਰ ਵੀ ਟਰੈਕਟਰ ਲਗਾ ਕੇ ਇੱਕ ਵਾਰ ਫਿਰ ਤੋਂ, ਕਿਉਂਕਿ ਇਹ ਚੌੜਾ ਰੋਡ ਹੁੰਦਾ, ਜਿਵੇਂ ਨੈਸ਼ਨਲ ਹਾਈਵੇ ਦਾ ਸਾਨੂੰ ਪਤਾ ਹੈ ਬਹੁਤ ਚੌੜਾ ਰੋਡ ਹੈ, ਤਾਂ ਇੱਕ ਪਾਸੇ ਦੀ ਪਹਿਲਾਂ ਬਹਾਲ ਕੀਤੀ ਗਈ ਸੀ ਤੇ ਹੁਣ ਜਿਹੜੀਆਂ ਟਰੈਕਟਰ ਦੇ ਜ਼ਰੀਏ ਦੂਜੀ ਰੋਡ ਨੂੰ ਵੀ ਬਹਾਲ ਕੀਤਾ ਜਾ ਰਿਹਾ। ਮਤਲਬ ਰੋਡ ਇੱਕੋ ਹੈ, ਪਰ ਰੋਡ ਜਿਵੇਂ 4 ਲੇਨ 6 ਲੇਨ ਹੁੰਦੀ ਹੈ, ਤਾਂ ਇੱਕ ਵਾਲੇ ਪਾਸੇ ਜਿਹੜੀ 3 ਲੇਨਸ ਹੈ ਉਹਨਾਂ ਨੂੰ ਵੀ ਬਾਕੀਆਂ ਨੂੰ ਬਹਾਲ ਕਰਨ ਦੀ ਕੋਸ਼ਿਸ਼ ਪਰਮਿੰਦਰ ਕੀਤੀ ਜਾ ਰਹੀ ਹੈ। ਆਪਾਂ ਕਿਸਾਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਸਮੇਂ ਕੀ ਤੁਹਾਡੀ ਪੂਰੀ ਰਣਨੀਤੀ ਅੱਗੇ ਦੀ ਰਣਨੀਤੀ ਪੂਰੀ ਤੈਅ ਹੈ ਜੀ। ਸਾਰੇ ਨਾਕੇ ਤੋੜ ਦੇਣੇ, ਅਸੀਂ ਕੋਈ ਨਹੀਂ ਛੱਡਣਾ ਇਹਨਾਂ ਦਾ। ਕਿਸਾਨ ਪੂਰੀ ਤਿਆਰੀ 'ਚ ਨੇ। ਨਹੀਂ, ਉਹ ਗਰਾਹਾਂ ਨੇ ਹੁਣ ਝੰਡੀ ਦੇਤੀ, ਜੋਗਿੰਦਰ ਸਿੰਘ ਨੇ ਝੰਡੀ ਦੇਤੀ, ਝੰਡੀ ਦੇਤੀ ਅੱਗੇ ਜੇ ਬੈਰੀਕੇਡ ਹੋਏ। ਹੁਣ ਆਇਆ ਜੀ, ਦੇਖੋ ਹਰਿਆਣਾ ਸਰਕਾਰ ਨੇ ਤਾਂ ਪਾਕਿਸਤਾਨ ਬਣਾ ਕੇ ਰੱਖਤਾ ਸਾਡੇ ਵਾਸਤੇ। ਹਰਿਆਣਾ 18 ਵਾਰੀ ਦਿੱਲੀ ਪਹਿਲਾਂ ਜਿੱਤੀ ਆ, 19 ਵਾਰੀ ਹੁਣ ਜਿੱਤ ਕੇ ਮੁੜਾਂਗੇ। ਇਹ ਕਰੋਨੇ ਦੇ ਵਿੱਚ ਪਾਣੀ ਦੀਆਂ ਬਿਸ਼ਾਰਾਂ ਕਰਦੇ ਨੇ, ਇਹਨਾਂ ਨੂੰ ਕਹਿ ਦੋ ਗੋਲੀਆਂ ਲੈ ਕੇ ਆ ਜਾਣਾ, ਅਸੀਂ ਮਰਨ ਨੂੰ ਤਿਆਰ ਖੜੇ ਨੇ, ਜਿੱਤ ਕੇ ਮੁੜਾਂਗੇ। ਜੇ ਇਹਨਾਂ ਨੂੰ ਇੰਨੀ ਦਿੱਲੀ ਨੂੰ ਡਰ ਲੱਗਦਾ ਸਾਡੇ ਤੋਂ, ਸਾਡੇ ਨਾਲ ਕੰਧ ਮਾਰ ਲੈਣ, ਅਸੀਂ ਆ ਟ੍ਰੇਨ ਨੂੰ ਤਿਆਰ ਆ। ਅਸੀਂ ਜੋ ਵੀ ਹੱਥ ਕੰਡੇ ਅਪਣਾ ਲੈਣ, ਅਸੀਂ ਦਿੱਲੀ ਜਾ ਕੇ ਰੁਕਣਾ ਹੈ। ਦਿੱਲੀ ਦੇ ਵਿੱਚ ਹੰਝੂ ਗੈਸ ਦੇ ਗੋਲੇ, ਤਾਂ ਇੱਕ ਵਾਰ ਫਿਰ ਤੋਂ ਪਿੱਛੋਂ ਟ੍ਰੈਫਿਕ ਆ ਰਿਹਾ ਹੈ, ਟ੍ਰੈਫਿਕ ਵੀ ਪਿੱਛੋਂ ਨਜ਼ਰ ਆ ਰਿਹਾ ਹੈ, ਤਾਂ ਅਸੀਂ ਉਸ ਦਾ ਵੀ ਧਿਆਨ ਰੱਖ ਰਹੇ ਹਾਂ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਟਰੈਕਟਰ ਟਰਾਲੀਆਂ ਵੀ ਅੱਗੇ ਵਧ ਰਹੀਆਂ ਨੇ। ਉਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੋਂ ਵੀ ਜ਼ਰੂਰ ਅਸੀਂ ਬਚ ਸਕੀਏ। ਤਾਂ ਟਰੈਕਟਰ ਟਰਾਲੀਆਂ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ, ਇਹ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖਦੇ ਰਹੋ ਪਰਮਿੰਦਰ। ਅਸੀਂ ਦਿਖਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ, ਹੋਰ ਗੱਲਬਾਤ ਵੀ ਕਰਦੇ ਰਹਾਂਗੇ ਇੱਥੇ ਨੌਜਵਾਨਾਂ ਦੇ ਨਾਲ, ਕਿਸਾਨਾਂ ਦੇ ਨਾਲ, ਜੇਕਰ ਅਸੀਂ ਹੋਰ ਤਸਵੀਰਾਂ ਦਿਖਾ ਸਕੀਏ। ਦੂਜੇ ਵਾਲੇ ਪਾਸੇ ਵੀ ਹੁਣ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਹੈ, ਦੂਜੇ ਵਾਲੇ ਪਾਸੇ ਵੀ ਆਲਮੋਸਟ ਰਾਹ ਪੱਧਰਾ ਕਰ ਦਿੱਤਾ ਗਿਆ। ਇੱਕ ਇੱਕ ਕਰਕੇ ਟਰਾਲੀਆਂ ਇੱਥੇ ਪਹੁੰਚ ਰਹੀਆਂ ਨੇ, ਇੱਕ ਇੱਕ ਕਰਕੇ, ਕਿਉਂਕਿ ਬਹੁਤ ਵੱਡਾ ਕਾਫਿਲਾ ਹੈ। ਤਾਂ ਦੋਵੇਂ ਪਾਸੇ ਤਾਂ ਜ਼ਰੂਰਤ ਹੋਵੇਗੀ ਕਿ ਜਿਹੜੇ ਟਰੈਕਟਰ ਟਰਾਲੀਆਂ ਜੇ ਦੋਵੇਂ ਪਾਸੇ ਤੋਂ ਨਿਕਲਣਗੀਆਂ ਤਾਂ ਹੀ ਥੋੜੀ ਜਲਦੀ ਉੱਥੋਂ ਨਿਕਲ ਸਕਣਗੇ ਉਹ। ਤਾਂ ਇਸ ਕਰਕੇ ਹਿਊਮਨ ਚੇਨ ਜਿਹੜਾ ਮੈਂ ਜ਼ਿਕਰ ਕਰ ਰਿਹਾ ਸੀ ਪਰਮਿੰਦਰ, ਉਹ ਵੀ ਬਣਾਈ ਗਈ ਹੈ। ਤੇ ਇਹ ਟਰੈਕਟਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜਾ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਹੈ। ਇੱਕ ਪਾਸੇ ਟਰੈਕਟਰ ਟਰਾਲੀਆਂ ਪਿੱਛੋਂ ਆ ਰਹੀਆਂ ਨੇ, ਦੂਜੇ ਪਾਸੇ ਟਰੈਕਟਰ ਦੇ ਨਾਲ ਰਾਹ ਪੱਧਰਾ ਮਿੱਟੀ ਹਟਾ ਦਿੱਤੀ ਗਈ ਹੈ ਤਾਂ ਕਿ ਜਿਹੜੇ ਅੱਗੇ ਤੋਂ ਹੋਰ ਕਾਫਿਲਾ ਹੈ ਉਹ ਤੇਜ਼ੀ ਦੇ ਨਾਲ ਅੱਗੇ ਵੱਧ ਸਕੇ। ਮੈਂ ਇਹ ਵੀ ਤੁਹਾਨੂੰ ਦੱਸ ਦਵਾਂ, ਜੋ ਸਾਡੇ ਕੋਲ ਜਾਣਕਾਰੀ ਹੈ ਇਸ ਸਮੇਂ ਪਰਮਿੰਦਰ, ਕਿ ਇੱਥੋਂ ਵੀ 3-4 ਕਿਲੋਮੀਟਰ ਅੱਗੇ ਮਿੱਟੀ ਪਾਈ ਗਈ ਸੀ, ਉੱਥੇ ਵੀ ਕੁਝ ਪੱਥਰ ਅਸੀਂ ਜਦੋਂ ਨਿਰਮਾਣੇ ਵਾਲੇ ਸਾਈਡ ਤੋਂ ਅੱਜ ਸਵੇਰੇ ਪਹੁੰਚੇ ਸੀ ਇੱਥੇ, ਤਾਂ ਉਸ ਵਾਲੇ ਪਾਸੇ ਵੀ ਸਾਨੂੰ ਮਿੱਟੀ ਉੱਥੇ ਪਾਈ ਹੋਈ ਦੇਖੀ ਗਈ ਸੀ ਤੇ ਉੱਥੇ ਵੀ ਪੱਥਰ ਪਾਏ ਹੋਏ ਸਾਨੂੰ ਤਾਂ ਲੱਗ ਰਿਹਾ, ਕਿਉਂਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਇੱਕ ਟੀਮ ਬਣਾਈ ਗਈ ਹੈ ਜੋ ਅੱਗੇ ਚੱਲੇਗੀ ਇਸ ਪੂਰੇ ਕਾਫਿਲੇ ਦੇ। ਤੇ ਉਹ ਟੀਮ ਅੱਗੇ ਵਾਲੇ ਸਾਰੇ ਰੋਡਸ ਨੂੰ, ਜੇ ਕੋਈ ਬੈਰੀਕੇਡ ਹੈ ਜਾਂ ਫਿਰ ਜੇ ਕਿਤੇ ਮਿੱਟੀ ਪਾਈ ਗਈ ਹੈ ਤਾਂ ਉਸ ਨੂੰ ਕਲੀਅਰ ਕਰਦੀ ਜਾਏਗੀ। ਤਾਂ ਇਹ ਪੂਰੀ ਸਟ੍ਰੈਟਜੀ ਦੇ ਨਾਲ ਇਸ ਸਮੇਂ ਕਿਸਾਨ ਅੱਗੇ ਵਧ ਰਹੇ ਨੇ ਪਰਮਿੰਦਰ। ਤਾਂ ਇਹ ਤਸਵੀਰਾਂ ਅਸੀਂ ਤੁਹਾਨੂੰ ਖਨੌਰੀ ਨਿਰਵਾਣਾ ਦੇ ਵਿਚਾਲੇ ਦੀਆਂ ਦਿਖਾ ਰਹੇ ਹਾਂ। ਥੋੜੀ ਦੇਰ ਦੇ ਵਿੱਚ ਨਿਰਵਾਣੇ ਪੂਰਾ ਕਾਫਿਲਾ ਪਹੁੰਚਣਾ ਸ਼ੁਰੂ ਹੋ ਜਾਏਗਾ। ਅਜੇ ਮੈਂ ਜ਼ਿਕਰ ਕਰਾਂ ਤਾਂ 50 ਤੋਂ 70 ਟਰਾਲੀਆਂ ਹੀ ਇੱਥੋਂ ਲੰਘੀਆਂ ਨੇ ਤੇ ਸਾਡੇ ਸਹਿਯੋਗੀ ਵੀ, ਕਿਉਂਕਿ ਇਹ ਵੀ ਦੱਸੋ ਕਿ ਇਹ ਮੁੱਖ ਤੌਰ ਤੇ BKU ਏਕਤਾ ਉਗਰਾਹੀ ਜਥੇਬੰਦੀ ਹੈ ਜਿਸ ਦੇ ਵੱਲੋਂ ਰਾਤ ਵੇਲੇ ਐਲਾਨ ਕੀਤਾ ਗਿਆ ਸੀ, ਅਸੀਂ ਐਕਸਕਲੂਸਿਵ ਉਹ ਬਿਆਨ ਵੀ ਸੁਣਾਇਆ ਸੀਗਾ ਕਿ 11 ਵਜੇ ਠੀਕ ਅਸੀਂ ਅੱਗੇ ਵਧਾਂਗੇ, ਜਾਂ ਹੋਰ ਵੀ ਕੋਈ ਜਥੇਬੰਦੀ ਸ਼ਾਮਲ ਹੈ? ਦੇਖੋ, ਜਥੇਬੰਦੀਆਂ ਹੈਗੀਆਂ ਕਿਉਂਕਿ ਸਪੋਰਟ ਤਾਂ ਸਾਰੀਆਂ ਜਥੇਬੰਦੀਆਂ ਦੀ ਮਿਲੀ ਹੋਈ ਹੈ। ਅਸੀਂ ਗੱਲਬਾਤ ਇਹ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਕਿਹੜੀ ਜਥੇਬੰਦੀ ਹੈ, ਤਾਂ ਉਗਰਾਹਾਂ ਖਨੌਰੀ ਬਾਰਡਰ ਤੇ ਲੀਡ ਕਰਦੀ ਹੋਈ ਨਜ਼ਰ ਆਈ ਹੈ। ਉਗਰਾਹਾਂ ਨੇ ਮੋਰਚਾ ਡੱਬ ਵਾਲੀ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਲਗਾਇਆ ਸੀ, ਉਸ ਦੇ ਨਾਲ ਕੁਝ ਜਥੇਬੰਦੀਆਂ ਨੇ ਆ ਕੇ ਇੱਥੇ ਸਮਰਥਨ ਦਿੱਤਾ।
ਕੁਝ ਸਿਰਫ ਕਿਸਾਨ ਜਥੇਬੰਦੀਆਂ ਨੇ ਨਹੀਂ ਪਰਮਿੰਦਰ, ਬਲਕਿ ਸਾਡੀ ਗੱਲਬਾਤ ਹੋਈ ਕੁਝ ਅਧਿਆਪਕ ਜਥੇਬੰਦੀਆਂ ਦੇ ਨੁਮਾਇੰਦੇ ਜਿਨ੍ਹਾਂ ਨਾਲ ਗੱਲਬਾਤ ਹੋਈ ਸੀ, ਉਹ ਵੀ ਇਹਨਾਂ ਦੇ ਨਾਲ ਆ ਕੇ ਇੱਥੇ ਜ਼ਰੂਰ ਜਿਹੜੀ ਸਮਰਥਨ ਆਪਣਾ ਦਿੰਦੇ ਹੋਏ ਨਜ਼ਰ ਆਏ ਸੀ। ਤਾਂ ਇਹ ਤਸਵੀਰਾਂ ਨੇ ਟਰੈਕਟਰ ਦੇ ਜ਼ਰੀਏ ਕਿਸ ਤਰੀਕੇ ਨਾਲ ਹੁਣ ਪੱਧਰਾ ਕੀਤਾ ਜਾ ਰਿਹਾ ਪੂਰਾ ਮਿੱਟੀ ਨੂੰ, ਤਾਂ ਕਿ ਜਿਹੜੇ ਦੋਵੇਂ ਪਾਸੇ ਤੋਂ ਪੂਰੀ ਰੋਡ ਨੂੰ ਬਹਾਲ ਕੀਤਾ ਜਾਵੇ। ਜਿਹੜਾ ਮੈਂ ਜ਼ਿਕਰ ਕਰ ਰਿਹਾ ਸੀ ਕਿ ਇੱਕ ਪਾਸਾ ਬਹਾਲ ਕੀਤਾ ਗਿਆ ਸੀ, ਪਰ ਦੂਜੇ ਪਾਸੇ ਵੀ ਹੁਣ ਬਹਾਲ ਕਰਨ ਦੀ ਕੋਸ਼ਿਸ਼ ਇਸ ਸਮੇਂ ਨਜ਼ਰ ਆ ਰਹੀ ਹੈ। ਇੱਕ ਇੱਕ ਕਰਕੇ ਟਰਾਲੀਆਂ ਵੀ ਜਿਹੜੀਆਂ ਨੇ ਉਹ ਦਿੱਲੀ ਦੇ ਵੱਲ ਕੂਚ ਕਰ ਰਹੀਆਂ ਨੇ, ਤੇ ਖਾਸ ਇਹ ਵੀ ਹੈ ਕਿ ਇਹ ਨਹੀਂ ਕਿ ਕਾਫਿਲਾ ਬਹੁਤ ਸਲੋ ਅੱਗੇ ਵਧ ਰਿਹਾ ਹੈ, ਇਸੇ ਕਰਕੇ ਕਿ ਕਾਫਿਲਾ ਤੇਜ਼ ਜਾਵੇ, ਜਲਦੀ ਦਿੱਲੀ ਤੱਕ ਪਹੁੰਚ ਜਾਈਏ। ਉਹਨਾਂ ਦੇ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਸੀ ਕਿ ਜਿਹੜਾ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਬਾਕੀ ਉੱਥੇ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ ਉਹ ਦਿੱਲੀ ਦੇ ਵਿੱਚ ਐਂਟਰ ਹੋ ਰਹੀਆਂ ਨੇ, ਤੇ ਅਸੀਂ ਵੀ ਉਹਨਾਂ ਦੇ ਨਾਲ ਜਾ ਕੇ ਮਿਲੀਏ, ਅਸੀਂ ਵੀ ਜਾ ਕੇ ਉੱਥੇ ਜਲਦ ਜਿਹੜਾ ਆਪਣਾ ਕਾਫਿਲਾ ਉਹਨਾਂ ਦੇ ਨਾਲ ਜਾ ਕੇ ਮਿਲਾਈਏ। ਕਿਉਂਕਿ ਜਥੇਬੰਦੀ ਜਿਹੜੀ ਉਗਰਾਹਾਂ ਹੈ ਉਹਦੇ ਵੱਲੋਂ ਜ਼ਿਕਰ ਤਾਂ ਇਹੀ ਕੀਤਾ ਗਿਆ ਕਿ ਸਾਡੀ ਕੋਸ਼ਿਸ਼ ਇਹੀ ਹੈ ਕਿ ਅਸੀਂ ਸਾਰੀਆਂ ਜਥੇਬੰਦੀਆਂ ਰਲ ਕੇ ਚੱਲੀਏ, ਜਿਹੜੀਆਂ 30-32 ਜਥੇਬੰਦੀਆਂ ਇਸ ਸਮੇਂ ਪੰਜਾਬ ਦੀਆਂ ਹੈਗੀਆਂ ਨੇ। ਮੈਂ ਦਿਖਾਣਾ ਤੁਹਾਨੂੰ ਟਰੈਕਟਰ ਦੇ ਜ਼ਰੀਏ ਮਿੱਟੀ ਹਟਾਈ ਗਈ ਹੈ, ਉਸ ਤੋਂ ਬਾਅਦ ਇਹ ਪੱਥਰ ਹਟਾਇਆ ਜਾਏਗਾ। ਠੀਕ ਹੈ ਗੌਰਵ, ਲਗਾਤਾਰ ਬਣੇ ਰਹੋ, ਸਾਰੇ ਤਸਵੀਰਾਂ ਸਾਡੇ ਦਰਸ਼ਕਾਂ ਤੱਕ ਪਹੁੰਚਾਉਂਦੇ ਰਹੋ। ਅਸੀਂ ਦੋ ਤਸਵੀਰਾਂ ਆਪਣੇ ਦਰਸ਼ਕਾਂ ਨੂੰ ਵਿਖਾ ਰਹੇ ਹਾਂ, ਨਰਵਾਣਾ ਦੀਆਂ ਤੇ ਦਿੱਲੀ ਬਾਰਡਰ ਦੀਆਂ। ਦਿੱਲੀ ਬਾਰਡਰ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚ ਚੁੱਕੇ ਨੇ, ਆਪਣੀਆਂ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਲੈ ਕੇ, ਤੇ ਦੂਜੇ ਪਾਸੇ ਉਹਨਾਂ ਦਾ ਸਿੱਧਾ ਟੱਕਰ ਆਇਆ ਦਿੱਲੀ ਪੁਲਿਸ ਦੇ ਨਾਲ। ਦਿੱਲੀ ਪੁਲਿਸ ਵੱਲੋਂ ਵੀ ਤਗੜੇ ਪ੍ਰਬੰਧ ਕੀਤੇ ਗਏ ਨੇ। ਸਿੱਧਾ ਰੁਕ ਕਰ ਲੈਂਦੇ ਆ ਦਿੱਲੀ ਬਾਰਡਰ ਦਾ, ਜਿੱਥੋਂ ਕਿ ਗਰਾਊਂਡ ਜ਼ੀਰੋ ਤੋਂ ਮੇਰੇ ਸਹਿਯੋਗੀ ਪੰਕਜ ਕਪਾਹੀ ਜੁੜੇ ਹੋਏ ਨੇ। ਪੰਕਜ, ਫਿਲਹਾਲ ਦੀਆਂ ਤਸਵੀਰਾਂ ਕਿਹੋ ਜਿਹੀਆਂ ਨੇ? ਕਿੰਨੀ ਕੁ ਵੱਡੀ ਗਿਣਤੀ ਵਿੱਚ ਕਿਸਾਨ ਇੱਥੇ ਜੁੜ ਚੁੱਕੇ ਨੇ? ਗੱਲ ਦਿੱਲੀ ਪੁਲਿਸ ਦੀ ਕੀਤੀ ਜਾਵੇ, ਕਿਉਂਕਿ ਦਿੱਲੀ ਦੇ ਵਿੱਚ ਜਿਹੜੇ ਖੇਡ ਸਟੇਡੀਅਮ ਨੇ ਉਹਨਾਂ ਨੂੰ ਵੀ ਜੇਲ੍ਹਾਂ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ, ਕਈ ਕਿਸਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਹੈ। ਸੋ ਫਿਲਹਾਲ ਸਥਿਤੀ ਕਿਹੋ ਜਿਹੀ ਹੈ? ਬਿਲਕੁਲ ਪਰਮਿੰਦਰ, ਇਸ ਵੇਲੇ ਮੈਂ ਦਿੱਲੀ ਬਾਰਡਰ ਤੇ ਮੌਜੂਦ ਹਾਂ। ਦਿੱਲੀ ਬਾਰਡਰ ਤੋਂ ਇਹ ਤਸਵੀਰਾਂ ਇੱਕ ਸੰਦੀਪ ਤੁਸੀਂ ਦਿਖਾਉਂਦੇ ਰਹੋ। ਸੰਦੀਪ, ਇਹ ਤਸਵੀਰਾਂ ਦਿਖਾਓ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਔਰ ਪੂਰੀ ਤਿਆਰੀ ਦੇ ਨਾਲ ਇੱਥੇ ਪਹੁੰਚੇ ਨੇ। ਇੱਕ ਤਸਵੀਰ ਕਈ ਕਿਲੋਮੀਟਰ ਲੰਬਾ ਜਿਹੜਾ ਟਰੈਕਟਰ ਹੀ ਟਰੈਕਟਰ ਤੁਹਾਨੂੰ ਨਜ਼ਰ ਆਣਗੇ। ਕੈਮਰੇ ਦੀ ਨਜ਼ਰ ਨਾਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਇਸ ਕਾਲੇ ਕੈਮਰੇ ਦੀ ਨਜ਼ਰ ਨਾਲ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਤੋਂ ਹਰਿਆਣੇ ਤੋਂ ਕਿਸਾਨ ਜਿਹੜੇ ਨੇ ਉਹ ਦਿੱਲੀ ਪਹੁੰਚ ਚੁੱਕੇ ਨੇ, ਦਿੱਲੀ ਦਸਤਕ ਦੇ ਚੁੱਕੇ ਨੇ। ਔਰ ਸਿਰਫ ਕਿਸਾਨ, ਬਜ਼ੁਰਗ ਜਾਂ ਬੱਚੇ ਨਹੀਂ, ਮਹਿਲਾਵਾਂ ਵੀ ਇਹ ਬਕਾਇਦਾ ਤੌਰ ਤੇ ਕਿਸਾਨਾਂ ਦੇ ਨਾਲ ਪਹੁੰਚੀਆਂ ਨੇ। ਔਰ ਇਹ ਕਿਹਾ ਜਾ ਰਿਹਾ ਕਿ ਹੁਣ ਵਾਪਸ ਉਦੋਂ ਹੀ ਮੁੜਾਂਗੇ ਜਦੋਂ ਕਾਨੂੰਨ ਵਾਪਸ ਹੋਣਗੇ, ਉਸ ਤੋਂ ਪਹਿਲਾਂ ਅਸੀਂ ਵਾਪਸ ਨਹੀਂ ਮੁੜਾਂਗੇ। ਪੂਰੀ ਤਿਆਰੀ ਜਿਹੜੀ ਆ ਕਿਸਾਨ ਕਰਕੇ ਆਏ ਨੇ। ਦੇਖੋ ਇੱਕ ਟਰੈਕਟਰ ਜਿਹੜਾ ਤੁਹਾਨੂੰ ਦੂਰ ਤੱਕ ਕੈਮਰੇ ਦੀ ਨਜ਼ਰ ਨਾਲ ਨਜ਼ਰ ਆ ਰਿਹਾ ਹੋਵੇਗਾ। ਔਰ ਇਹ ਮਹਿਲਾਵਾਂ ਵੀ ਮੇਰੇ ਨਾਲ ਨੇ ਜੋ ਰਾਸ਼ਨ ਦਾ ਇੰਤਜ਼ਾਮ ਕਰ ਰਹੀਆਂ, ਜੋ ਖਾਣੇ ਪੀਣੇ ਦਾ ਇੰਤਜ਼ਾਮ ਕਰ ਰਹੀਆਂ ਨੇ। ਔਰ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਤੁਸੀਂ ਕਿਹੜੇ ਥਾਂ ਤੋਂ ਆਏ ਹੋ? ਕਿਹੜੀ ਥਾਂ ਤੋਂ ਤੁਸੀਂ ਆਏ ਹੋ?